ਨਵਸਵੇ ਟੀਵੀ ਨਾਲ ਸਾਂਝ ਪਾ ਰਹੇ ਸਭ ਦਰਸ਼ਕਾਂ ਨੂੰ ਮੇਰੀ ਨਵਨੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਸਿੰਘ ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਇੱਕ ਜਾਣਿਆ ਪਹਿਚਾਨਿਆ ਨਾਮ ਹੈ। ਮੈਡੀਕਲ ਦੀ ਡਿਗਰੀ ਲਈ ਪਰ ਰੰਗਮੰਚ ਦੇ ਖੇਤਰ ਨਾਲ ਜੁੜ ਕੇ ਉਹ ਸਮਾਜ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਨੀ ਦਿਨੀ ਉਹ ਕੈਨੇਡਾ ਦੇ ਅਲੱਗ-ਅਲੱਗ ਸ਼ਹਿਰਾਂ 'ਚ ਆਪਣੇ ਨਾਟਕਾਂ ਦੀ ਪੇਸ਼ਕਾਰੀ ਕਰ ਰਹੇ ਹਨ। ਇਸੇ ਲੜੀ ਅਧੀਨ ਉਹ ਪੰਜਾਬੀ ਸਾਹਿਤ ਸਭਾ ਦੇ ਸੱਦੇ ਤੇ ਵਿਨੀਪੈਗ 'ਚ ਆਪਣੇ ਨਾਟਕ ਧੰਨ ਲਿਖਾਰੀ ਨਾਨਕਾ ਦੀ ਪੇਸ਼ਕਾਰੀ ਕਰਕੇ ਹਟੇ ਹਨ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨਵਸਵੇ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ, ਬਹੁਤ-ਬਹੁਤ ਧੰਨਵਾਦ ਜੀ ਸਮਾਂ ਦੇਣ ਵਾਸਤੇ। ਜੀ ਬਹੁਤ ਮਿਹਰਬਾਨੀ। ਗੱਲਬਾਤ ਕਰਦੇ ਹਾਂ। ਜਿਹੜਾ ਕੱਲ ਦਾ ਆਪਾਂ ਨਾਟਕ ਦੇਖਿਆ, ਮੈਨੂੰ ਲੱਗਦਾ ਕਿ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਕਰਨਾ ਜਿਹੜਾ ਬਹੁਤ ਹੀ ਮੁਸ਼ਕਿਲ ਹੈ ਕਿ ਉਮਦਾ ਤੁਹਾਡੀ ਅਦਾਕਾਰੀ ਔਰ ਹਰ ਇੱਕ ਜਿਹੜਾ ਤੁਸੀਂ ਵਿਸ਼ਾ ਚੁਣਿਆ ਜਾਂ ਜਿਹੜਾ ਵੀ ਤੁਹਾਡਾ ਕਰੈਕਟਰ ਸੀ ਉਹ ਤੁਸੀਂ ਬਾਕਮਾਲ ਕੀਤਾ। ਪੇਸ਼ਕਸ਼ ਵੀ ਕਮਾਲ ਸੀ। ਮੈਂ ਜਿਨ੍ਹਾਂ ਨਾਲ ਵੀ ਗੱਲਬਾਤ ਹੋਈ ਹੈ ਔਰ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਜਾਂ ਉਹਨਾਂ ਦੀਆਂ ਗੱਲਾਂ ਦੱਸ ਰਹੀਆਂ ਸਨ, ਕਿਵੇਂ ਮਹਿਸੂਸ ਹੋਇਆ ਤੁਹਾਨੂੰ ਕੱਲ? ਜੀ ਬਹੁਤ ਚੰਗਾ ਹੋਇਆ ਕਿਉਂਕਿ ਆਡੀਅנס ਬਹੁਤ ਅੱਛੀ ਸੀ, ਸਮਝਦਾਰ ਸੀ। ਔਰ ਮੈਂ ਜਿਹੜਾ ਰੰਗਮੰਚ ਕਰਦਾ ਉਹ ਰੰਗਮੰਚ ਮੈਂ ਇਸ ਤਰ੍ਹਾਂ ਦਾ ਵਿਚਾਰ ਉਤੇਜਕ ਰੰਗਮੰਚ ਕਰਦਾ ਜਿਹਦੇ ਵਿੱਚ ਕੁਝ ਵਿਚਾਰ ਮੈਂ ਪੇਸ਼ ਕਰਨੇ ਹੁੰਦੇ, ਕੁਝ ਕੰਟੈਂਟ ਹੁੰਦਾ ਮੇਰੇ ਦਿਮਾਗ ਦੇ ਵਿੱਚ, ਜਿਹਦੇ ਰਾਹੀਂ ਜਿਹੜੀ ਤਕਲੀਫ ਮੇਰੇ ਮਨ ਦੇ ਅੰਦਰ ਹੈ, ਜਿਹੜੀ ਤਕਲੀਫ ਮੇਰੀ ਸੁਸਾਇਟੀ ਭੁਗਤ ਰਹੀ ਹੈ, ਮੇਰਾ ਆਲਾ ਦੁਆਲਾ ਭੁਗਤ ਰਿਹਾ, ਉਹ ਤਕਲੀਫ ਮੈਂ ਆਪਣੇ ਦਰਸ਼ਕ ਤੱਕ ਪਹੁੰਚਾਉਣੀ ਚਾਹੁੰਦਾ। ਤੇ ਉਹ ਤਕਲੀਫ ਪਹੁੰਚਾਉਣ ਲਈ ਮੈਨੂੰ ਵੀ ਬਹੁਤ ਜ਼ਿਆਦਾ ਫੋਕਸ ਹੋਣਾ ਪੈਂਦਾ ਤੇ ਦਰਸ਼ਕ ਵੀ ਉਨਾ ਹੀ ਫੋਕਸ ਹੋ ਕੇ ਉਸ ਨਾਟਕ ਨੂੰ ਦੇਖ ਰਿਹਾ। ਤੇ ਮੈਨੂੰ ਇਹ ਲੱਗਦਾ ਕਿ ਉਹ ਜਿਹੜੀ ਤਕਲੀਫ ਹੈ ਉਹ ਟ੍ਰਾਂਸਫਰ ਹੋ ਰਹੀ ਹੈ ਮੇਰੇ ਤੋਂ ਲੋਕਾਂ ਤੱਕ ਪਹੁੰਚ ਰਹੀ ਹੈ। ਔਰ ਜਿਸ ਤਰ੍ਹਾਂ ਦੀ ਪਿਨ ਡ੍ਰੌਪ ਸਾਇਲੈਂਸ ਸੀ, ਲੋਕਾਂ ਨੇ ਬਹੁਤ ਸੀਰੀਅਸਨੈਸ ਦਿਖਾਈ ਔਰ ਬੜੇ ਪਿਆਰ ਨਾਲ ਜਿੱਡਾ ਵੀ ਉਹ ਲੰਬਾ ਨਾਟਕ ਸੀ ਉਹ ਦੇਖਿਆ ਲੋਕਾਂ ਨੇ। ਸੋ ਇਸ ਗੱਲ ਦੀ ਬਹੁਤ ਤਸੱਲੀ ਹੋਈ ਹੈ। ਪਤਾ ਹੀ ਨਹੀਂ ਲੱਗਿਆ ਸਮਾਂ ਕਦੋਂ ਬੀਤ ਗਿਆ। ਮੇਰਾ ਖਿਆਲ ਹੈ ਕਿਸੇ ਵੀ ਪੇਸ਼ਕਾਰੀ ਦਾ ਇਹ ਗੁਣ ਤੇ ਹੋਣਾ ਚਾਹੀਦਾ ਕਿ ਉਹ ਇੰਗੇਜ ਕਰਕੇ ਰੱਖੇ ਆਪਣੀ ਆਡੀਅנס ਨੂੰ ਨਾ, ਕਿਉਂਕਿ ਇੱਕ ਲੇਖਕ ਦੀ ਗੱਲ ਕੀਤੀ ਜਾ ਰਹੀ ਸੀ, ਇੱਕ ਲੇਖਕ ਦਾ ਸਮਾਜ ਨਾਲ ਰਿਸ਼ਤਾ ਕੀ ਹੈ ਉਹ ਗੱਲ ਬਿਆਨੀ ਜਾ ਰਹੀ ਸੀ, ਤੇ ਫਿਰ ਲੇਖਕ ਸਟੇਜ ਦੇ ਉੱਤੇ ਹੈ, ਕਲਾਕਾਰ ਦੇ ਰੂਪ ਦੇ ਵਿੱਚ, ਤੇ ਜਿਹੜਾ ਸਮਾਜ ਹੈ ਉਹ ਸਾਹਮਣੇ ਬੈਠਾ ਤੇ ਉਹਦਾ ਰਿਸ਼ਤਾ ਜੇ ਇੰਨਾ ਕਰੀਬੀ ਬਣ ਜਾਏ ਕਿ ਸਾਨੂੰ ਇੱਕ ਦੂਜੇ ਤੋਂ ਪਿਆਰ ਪੈਦਾ ਹੋ ਜਾਏ, ਸਾਨੂੰ ਇੱਕ ਦੂਜੇ ਤੋਂ ਕੋਈ ਇਰੀਟੇਟ ਨਾ ਹੋਈਏ, ਫਿਰ ਚਾਹੇ 1.5 ਘੰਟਾ ਗੱਲ ਕਰੀਏ ਚਾਹੇ 2 ਘੰਟਾ ਗੱਲ ਕਰੀਏ, ਸ਼ਾਇਦ ਫਿਰ ਬਹੁਤ ਪੰਜਾਬੀ ਨਾਟਕ ਨੂੰ ਤੁਸੀਂ ਕਿੱਥੇ ਦੇਖਦੇ ਹੋ, ਕਿੱਥੋਂ ਚੱਲਿਆ ਔਰ ਕਿੱਥੋਂ ਤੱਕ ਪਹੁੰਚ ਚੁੱਕੇ? ਜੀ ਪੰਜਾਬੀ ਨਾਟਕ ਇਸ ਵੇਲੇ ਜਿਸ ਸਥਿਤੀ ਦੇ ਵਿੱਚ ਹੈਗਾ ਆ, ਉਸ ਵੇਲੇ ਨਾ ਤਾਂ ਮੈਂ ਕੋਈ ਇਸ ਤਰ੍ਹਾਂ ਦੀ ਡੀਂਗ ਮਾਰਾਂਗਾ ਕਿ ਪੰਜਾਬੀ ਰੰਗਮੰਚ ਬਹੁਤ ਬਾਕੀ ਭਾਸ਼ਾਵਾਂ ਤੋਂ ਬਹੁਤ ਉੱਪਰ ਚਲਾ ਗਿਆ, ਨਾ ਹੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਅਹਿਸਾਸੇ ਕਮਤਰੀ ਹੁੰਦਾ ਕਿ ਆਪਾਂ ਬਹੁਤ ਪਿੱਛੇ ਆ। ਆਪਾਂ ਬਹੁਤ ਕੁਝ ਪ੍ਰਾਪਤ ਕੀਤਾ, ਬਹੁਤ ਕੁਝ ਅਜੇ ਪ੍ਰਾਪਤ ਕਰਨਾ ਬਾਕੀ ਹੈ। ਲੇਕਿਨ ਇਹ ਜ਼ਰੂਰ ਹੈ ਕਿ ਪੰਜਾਬੀ ਰੰਗਮੰਚ ਦਾ ਜਿਹੜਾ ਗ੍ਰਾਫ ਹੈ, ਪੰਜਾਬੀ ਨਾਟਕ ਦਾ ਗ੍ਰਾਫ ਹੈ, ਉਹ ਉਤਾਂ ਹੀ ਜਾ ਰਿਹਾ ਹੈ ਕਿ ਜਦੋਂ ਅਸੀਂ ਅੱਜ ਤੋਂ ਸਮਝ ਲਓ ਸਵਾ ਸੌ ਸਾਲ ਪਹਿਲਾਂ ਪੰਜਾਬੀ ਰੰਗਮੰਚ ਨੂੰ ਸ਼ੁਰੂ ਕਰਦੇ ਹਾਂ ਤੇ ਸਾਡੀ ਜਿਹੜੀ ਸ਼ੁਰੂ ਕਰਨ ਵਾਲੀ ਹੈ ਨੂਰਾ ਰਿਚਰਡ, ਉਹ ਦੋ ਚੀਜ਼ਾਂ ਸਾਨੂੰ ਬਹੁਤ ਖੂਬਸੂਰਤ ਦੇ ਜਾਂਦੀ ਹੈ। ਇੱਕ ਤਾਂ ਉਹ ਕੰਟੈਂਟ ਬਾਰੇ ਸਾਨੂੰ ਸਮਝਾ ਜਾਂਦੀ ਹੈ ਕਿ ਤੁਹਾਡਾ ਕੰਟੈਂਟ ਕਿਹੋ ਜਿਹਾ ਹੋਣਾ ਚਾਹੀਦਾ ਹੈ। ਜਦੋਂ ਈਸ਼ਵਰ ਚੰਦਰ ਨੰਦਾ ਤੇ ਹੋਰ ਨਾਟਕਕਾਰਾਂ ਨੂੰ ਇਹ ਕਹਿੰਦੀ ਹੈ ਕਿ ਤੁਸੀਂ ਕਹਾਣੀਆਂ ਆਪਣੇ ਆਲੇ ਦੁਆਲੇ ਤੋਂ ਲੱਭੋ ਜਿਹੜੀਆਂ ਤੁਹਾਡੇ ਸਮਾਜ ਨਾਲ ਜੁੜਦੀਆਂ ਹੋਣ। ਦੂਸਰੀ ਗੱਲ ਉਹਨਾਂ ਨੂੰ ਬਾਰ-ਬਾਰ ਇਹ ਕਹਿੰਦੀ ਹੈ ਕਿ ਮੇਕ ਇਟ ਬਿਲੀਵੇਬਲ, ਕਿ ਜੋ ਵੀ ਕੁਝ ਤੁਸੀਂ ਕਰੋ ਇੰਨਾ ਆਰਟਿਸਟਿਕ ਹੋਵੇ, ਇੰਨਾ ਰੀਅਲਿਸਟਿਕ ਹੋਵੇ ਕਿ ਬਿਲੀਵੇਬਲ ਹੋਵੇ, ਨਾ ਲੋਕਾਂ ਨੂੰ ਰਿਲੇਟੇਬਲ ਲੱਗੇ। ਸੋ ਇਹ ਦੋਨੋਂ ਚੀਜ਼ਾਂ ਸਾਨੂੰ ਜਿਹੜਾ ਅਸੀਂ ਵਿਸ਼ਾ ਕਿੱਦਾਂ ਦਾ ਰੱਖਣਾ ਉਹਦੀ ਵੀ ਸੇਧ ਦਿੰਦੀਆਂ ਤੇ ਅਸੀਂ ਉਹਨੂੰ ਕਿੱਦਾਂ ਤਕਨੀਕੀ ਰੂਪ ਦੇ ਵਿੱਚ ਪੇਸ਼ ਕਰਨਾ, ਉਹਦੀ ਪੇਸ਼ਕਾਰੀ ਕਿੱਦਾਂ ਬਣਾਉਣੀ ਉਹ ਵੀ ਕਰਨਾ। ਤੇ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਜਿੰਨੇ ਵੀ ਨਾਟਕਕਾਰ ਆਏ ਨੇ ਜਾਂ ਜਿੰਨੇ ਵੀ ਨਿਰਦੇਸ਼ਕ ਆਏ ਨੇ ਹੁਣ ਤੱਕ ਲੈ ਕੇ ਸਾਰੇ ਆਪੋ ਆਪਣੀ ਦਮ ਦੇ ਉੱਤੇ, ਆਪੋ ਆਪਣੀ ਸਮਰੱਥਾ ਮੁਤਾਬਕ, ਆਪੋ ਆਪਣੀ ਸੋਚ ਦੇ ਮੁਤਾਬਕ ਜਾਂ ਆਪੋ ਆਪਣੀ ਜਿਹੜੀ ਕਲਪਨਾਸ਼ੀਲਤਾ ਉਹਦੇ ਮੁਤਾਬਕ ਪੰਜਾਬੀ ਰੰਗਮੰਚ ਦੇ ਵਿੱਚ ਯੋਗਦਾਨ ਪਾਉਂਦੇ ਰਹੇ ਆ। ਅੱਜ ਪੰਜਾਬੀ ਰੰਗਮੰਚ ਇਸ ਸਥਿਤੀ 'ਚ ਹੈਗਾ ਕਿ ਅਸੀਂ ਜਿਹੜੀਆਂ ਹਿੰਦੁਸਤਾਨ ਪੱਧਰ ਦੀਆਂ ਜਿਹੜੀਆਂ ਕੋਈ ਪ੍ਰੋਬਲਮਸ ਨੇ ਜਾਂ ਕੁਝ ਅਚੀਵਮੈਂਟਸ ਨੇ ਜਾਂ ਕੁਝ ਸੁਸਾਇਟੀ ਦੀਆਂ ਕੰਪਲੈਕਸਿਟੀਜ਼ ਨੇ, ਉਹ ਪੋਲੀਟੀਕਲ ਹੋ ਸਕਦੀਆਂ, ਉਹ ਰਿਲੀਜੀਅਸ ਹੋ ਸਕਦੀਆਂ, ਉਹ ਇਕਨੋਮਿਕਲ ਹੋ ਸਕਦੀਆਂ, ਉਹ ਸੋਸ਼ਲ ਹੋ ਸਕਦੀਆਂ, ਉਹਨਾਂ ਨੂੰ ਕਿਤੇ ਨਾ ਕਿਤੇ ਪਕੜਦਾ ਹੈ ਪੰਜਾਬੀ ਰੰਗਮੰਚ। ਇਹ ਬਹੁਤ ਖੂਬਸੂਰਤ ਹੈ। ਮੈਂ ਪਹਿਲਾਂ ਵੀ ਕਿਹਾ ਕਿ ਰੰਗਮੰਚ ਸਮਾਜ ਦਾ ਆਈਨਾ ਹੈ ਤੇ ਜੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਤੇ ਖੂਬਸੂਰਤੀਆਂ ਵੀ ਹੋਣਗੀਆਂ। ਜੇ ਮੈਂ ਆਈਨੇ ਦੇ ਸਾਹਮਣੇ ਆਪਣਾ ਚਿਹਰਾ ਕਰਾਂਗਾ, ਇਹ ਤਾਂ ਹੋ ਨਹੀਂ ਸਕਦਾ ਕਿ ਮੈਨੂੰ ਆਪਣੀ ਅੱਖਾਂ ਬਹੁਤ ਖੂਬਸੂਰਤ ਲੱਗਣ ਤੇ ਜਦੋਂ ਮੇਰੇ ਚਿਹਰੇ ਤੇ ਦਾਗ ਨਜ਼ਰ ਆਉਣ ਤੇ ਮੈਂ ਅੱਖਾਂ ਬੰਦ ਕਰ ਲਵਾਂ। ਦੋਨੋਂ ਚੀਜ਼ਾਂ ਹੈਗੀਆਂ ਨੇ, ਕਮੀਆਂ ਵੀ ਨੇ, ਕਮੀਆਂ ਆਉਂਦੀਆਂ ਨੇ ਸਾਡੀਆਂ ਪੇਸ਼ਕਾਰੀਆਂ ਵਿੱਚ, ਸਾਡੀਆਂ ਲਿਖਤਾਂ ਵਿੱਚ ਆਉਂਦੀਆਂ, ਸਾਡੀ ਡਿਜ਼ਾਈਨ 'ਚ ਆਉਂਦੀਆਂ, ਸਾਡੀ ਪੇਸ਼ਕਾਰੀ 'ਚ ਆਉਂਦੀਆਂ। ਉਹ ਕਮੀਆਂ ਹੀ ਸਾਨੂੰ ਅੱਗੇ ਵਧਣ ਦਾ ਇੱਕ ਸਟੈਪ ਦਿੰਦੀਆਂ ਕਿ ਅਸੀਂ ਹੋਰ ਲਰਨ ਕਰੀਏ, ਹੋਰ ਬਿਹਤਰ ਤਰੀਕੇ ਨਾਲ ਪੇਸ਼ ਕਰੀਏ। ਕਮੀਆਂ ਸਿਰਫ ਇਸ ਲੈਵਲ ਤੇ ਨਹੀਂ ਹੁੰਦੀਆਂ ਕਿ ਤੁਸੀਂ ਕੋਈ ਪੇਸ਼ਕਾਰੀ ਕੀਤੀ ਉਹਦੇ ਵਿੱਚ ਕੋਈ ਤੁਹਾਡੀ ਕਮੀ ਰਹਿ ਗਈ। ਕਮੀਆਂ ਇਹ ਵੀ ਹੁੰਦੀਆਂ ਕਿ ਤੁਹਾਨੂੰ ਲੱਗਦਾ ਕਿ ਨਹੀਂ, ਸ਼ਾਇਦ ਮੇਰੇ ਤੋਂ ਹਜੇ ਸਮਾਜ ਦੀ ਨਬਜ਼ ਨਹੀਂ ਪਕੜੀ ਗਈ,
ਸ਼ਾਇਦ ਮੇਰੇ ਤੋਂ ਜਿਹੜਾ ਵਿਸ਼ਾ ਮੈਂ ਇਹਦੇ ਵਿੱਚ ਚੁਣਿਆ, ਸ਼ਾਇਦ ਉਹਦੀਆਂ ਸਾਰੀਆਂ ਡਾਇਮੈਂਸ਼ਨਸ ਟੱਚ ਨਹੀਂ ਹੋਈਆਂ, ਮੇਰੇ ਤੋਂ ਕੋਈ ਡਾਇਮੈਂਸ਼ਨ ਰਹਿ ਗਈ, ਕੋਈ ਚੀਜ਼ ਮੈਂ ਸੋਚੀ ਨਹੀਂ, ਸ਼ਾਇਦ ਕਿਸੇ ਦਰਸ਼ਕ ਦੇ ਪ੍ਰਤੀਕਰਮ ਤੋਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਯਾਰ ਆਹ ਗੱਲ ਤੇ ਮੈਂ ਅੰਡਰਲਾਈਨ ਨਹੀਂ ਕੀਤੀ, ਟੱਚ ਐਂਡ ਗੋ ਛੱਡ ਦਿੱਤੀ। ਸੋ ਥੀਏਟਰ ਇੱਕ ਇਹੋ ਜਿਹਾ ਮੀਡੀਅਮ ਹੈ ਜਿਹਦੇ ਵਿੱਚ ਆਲਵੇਜ਼ ਵੀ ਆਰ ਇਨ ਅ ਪ੍ਰੋਸੈਸ। ਅਸੀਂ ਹਮੇਸ਼ਾ ਇੱਕ ਪ੍ਰੋਸੈਸ ਵਿੱਚ ਹੀ ਰਹਿੰਦੇ ਹਾਂ, ਪਰ ਸਾਨੂੰ ਰਹਿਣਾ ਚਾਹੀਦਾ। ਠੀਕ ਹੈ ਜੀ। ਡਾਕਟਰ ਸਾਹਿਬ ਜੇ ਗੱਲ ਕਰੀਏ ਹੁਣ ਸਮਾਂ ਵਾਲੀ ਡਾਂਗ ਦੀ, ਕਿਉਂਕਿ ਸਕਾਟਲੈਂਡ ਦੇ ਵਿੱਚ, ਇੰਗਲੈਂਡ ਦੇ ਵਿੱਚ ਤੇ ਵੈਨਕੂਵਰ ਦੇ ਵਿੱਚ ਹੀ ਇਹਦੇ ਬੜੇ ਸਫਲ ਸ਼ੋਅ ਹੋਏ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨੀ ਮੋਰਚੇ ਤੋਂ ਬਾਅਦ ਉਹਦੇ ਕੰਟੈਂਟ ਦੇ ਵਿੱਚ ਕੋਈ ਚੇਂਜ ਕੀਤੀ ਗਈ ਜਾਂ ਕੀ ਮਹਿਸੂਸ ਕਰਦੇ? ਨਹੀਂ, ਕੰਟੈਂਟ ਵਿੱਚ ਕੋਈ ਚੇਂਜ ਨਹੀਂ ਕੀਤਾ ਗਿਆ। ਉਹਦੀ ਡਿਜ਼ਾਈਨ ਦੇ ਵਿੱਚ ਜ਼ਰੂਰ ਥੋੜਾ ਜਿਹਾ ਚੇਂਜ ਆਇਆ, ਸਿਰਫ ਕੈਰੈਕਟਰਸ ਦੇ ਵਿੱਚ ਚੇਂਜ ਆਇਆ। ਮੈਂ 2019 ਦੇ ਵਿੱਚ ਇਹ ਨਾਟਕ ਲਿਖਿਆ ਸੀ ਜਦੋਂ ਹਾਲੇ ਕਿਸਾਨ ਮੋਰਚਾ ਨਹੀਂ ਸੀ ਚੱਲਿਆ। ਮੈਂ ਕਿਉਂਕਿ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦਾ, ਮੈਂ ਬਹੁਤ ਪਹਿਲਾਂ 1996 ਦੇ ਵਿੱਚ ਇੱਕ ਨਾਟਕ ਲਿਖਿਆ ਸੀ ਇੱਕੋ ਰਸ ਵੱਲੜਾ। ਉਹ ਕਿਸਾਨੀ ਜਦੋਂ ਖੁਦਕੁਸ਼ੀਆਂ ਸ਼ੁਰੂ ਹੋਈਆਂ ਸੀ ਉਦੋਂ ਲਿਖਿਆ ਸੀ। ਲੇਕਿਨ ਬਾਈ ਦਾ ਪੈਸੇਜ ਆਫ ਟਾਈਮ ਮੈਨੂੰ ਇਹ ਲੱਗਾ ਕਿ ਦੇਰ ਆਰ ਸੋ ਮੈਨੀ ਕੰਪਲੈਕਸਿਟੀਜ਼ ਕਿ ਇੱਕ ਕਿਸਾਨ ਜਿਹਨੂੰ ਆਪਾਂ ਇਹ ਕਹਿੰਦੇ ਆ ਵੀ ਜੱਟ ਜ਼ਿਮੀਂਦਾਰ ਖੇਤਾਂ ਦੇ ਵਿੱਚ ਬਾਗੀਆਂ ਪਾਉਂਦਾ, ਦਮਾਮੇ ਮਾਰਦਾ, ਮੇਲੇ ਜਾਂਦਾ ਤੇ ਬੜਾ ਹਸਮੁਖ ਹੁੰਦਾ, ਨੈਚੁਰਲੀ ਹੁੰਦਾ ਹੈ ਔਰ ਖੜੇ ਮੱਥੇ ਸਾਰੀਆਂ ਮੁਸ਼ਕਲਾਂ ਨੂੰ ਕਬੂਲਦਾ ਹੈ। ਉਹ ਇਸ ਤਰ੍ਹਾਂ ਦੀਆਂ ਮੁਸ਼ਕਲਾਂ 'ਚ ਕਿਉਂ ਆ ਗਿਆ? ਕਿਉਂ ਮਤਲਬ ਖੇਤਾਂ ਦੇ ਵਿੱਚ ਇਹ ਵੀ ਇਲਜ਼ਾਮ ਉਹ ਤੇ ਲੱਗ ਗਿਆ ਕਿ ਉਹ ਜ਼ਹਿਰਾਂ ਬੀਜਦਾ ਹੈ, ਉਹ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਾਉਂਦਾ ਹੈ, ਉਹ ਵਾਤਾਵਰਣ ਨੂੰ ਖਰਾਬ ਕਰਦਾ। ਔਰ ਉਹਦੇ ਵਿੱਚ ਕੋਈ ਝੂਠ ਨਹੀਂ ਹੈ, ਸਾਰਾ ਕੁਝ ਹੁੰਦਾ। ਲੇਕਿਨ ਜਦੋਂ ਅਸੀਂ ਕਿਸੇ ਸਥਿਤੀ ਨੂੰ ਸਮਝਣਾ ਹੁੰਦਾ, ਜੇ ਤਾਂ ਅਸੀਂ ਬਹੁਤ ਹੀ ਲੀਨੀਅਰ ਤਰੀਕੇ ਨਾਲ ਸਮਝਣਾ ਹੁੰਦਾ, ਫਿਰ ਅਸੀਂ ਨਾਇਕ ਖਲਨਾਇਕ ਬਣਾ ਲੈਂਦੇ ਹਾਂ, ਫਿਰ ਸਾਨੂੰ ਲੱਗਣਾ ਪੈਂਦਾ ਖਲਨਾਇਕ ਹੈ। ਲੇਕਿਨ ਜੇ ਅਸੀਂ ਡੀਪ ਰੂਟਡ ਉਹਦੀਆਂ ਮੁਸ਼ਕਲਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਾਨੂੰ ਸਮਝ ਆਉਂਦਾ ਕਿ ਖਲਨਾਇਕ ਕੋਈ ਨਹੀਂ ਹੈਗਾ, ਉਹ ਉਹਨੂੰ ਸਥਿਤੀਆਂ ਤੱਕ ਕਿਹਨੇ ਪਹੁੰਚਾਇਆ, ਉਹ ਇੰਪੋਰਟੈਂਟ ਹੈ। ਸੋ ਸਮਾਂ ਵਾਲੀ ਡਾਂਗ ਦੇ ਵਿੱਚ ਮੈਂ ਇਹ ਕੋਸ਼ਿਸ਼ ਕਰ ਰਿਹਾ ਸੀ ਉਸ ਨਾਟਕ ਦੇ ਵਿੱਚ ਕਿ ਉਹ ਸਾਰੀਆਂ ਸਥਿਤੀਆਂ ਨੂੰ ਕਿਤੇ ਐਨਾਲਾਈਜ਼ ਕੀਤਾ ਜਾਵੇ ਕਿ ਕਿਹੜੀਆਂ ਹਾਲਤਾਂ, ਕਿਹੜੇ ਪ੍ਰੈਸ਼ਰ ਇੱਕ ਜ਼ਿਮੀਂਦਾਰ ਨਾ ਖੇਤਾਂ 'ਚ ਕੰਮ ਕਰਦਾ ਹੈ, ਉਹ ਉਹਨਾਂ 'ਚੋਂ ਲੰਘਿਆ ਤੇ ਲੰਘਦਾ ਅੱਜ ਇਸ ਸਥਿਤੀ 'ਚ ਪਹੁੰਚ ਗਿਆ ਜਿੱਥੇ ਉਹਦੇ ਉੱਤੇ ਟਾਰਗੇਟ ਹੁੰਦਾ ਹੈ ਕਿ ਤੂੰ ਆਹ ਗਲਤ ਕੰਮ ਕਰ ਰਿਹਾ ਤੇ ਸੱਤਾ ਉਹਨੂੰ ਆਪਣੇ ਏਜੰਡੇ ਤੋਂ ਆਲਮੋਸਟ ਬਾਹਰ ਕੱਢ ਰਹੀ ਹੈ। ਜਿਹਨੂੰ ਕਿਸੇ ਟਾਈਮ ਇਹ ਕਿਹਾ ਸੀ ਕਿ ਮੁਲਕ ਦੇ ਵਿੱਚ ਅੰਨ ਦੇ ਭੰਡਾਰ ਖਾਲੀ ਨੇ, ਤੂੰ ਅੰਨ ਪੈਦਾ ਕਰ। ਅੱਜ ਜਦੋਂ ਅੰਨ ਬਹੁਤ ਜ਼ਿਆਦਾ ਫਾਲਤੂ ਹੋ ਗਿਆ ਤੇ ਇਹ ਕਿਹਾ ਜਾ ਰਿਹਾ ਕਿ ਸਾਨੂੰ ਤੇਰੇ ਅੰਨ ਦੀ ਲੋੜ ਨਹੀਂ ਹੈ। ਮੈਂ ਕਹਿੰਦਾ ਇੱਥੋਂ ਤੱਕ ਵੀ ਠੀਕ ਸੀ, ਲੋੜ ਨਹੀਂ ਸੀ, ਪਰ ਉਹਨੂੰ ਤਾਂ ਸਹਾਰਾ ਤਾਂ ਬਣਨਾ ਚਾਹੀਦਾ ਸੀ। ਉਹਦੇ ਧੀਆਂ ਪੁੱਤਾਂ ਦੇ ਕਰੀਅਰ ਬਾਰੇ ਸੋਚਣਾ ਚਾਹੀਦਾ ਸੀ, ਉਹਦੀਆਂ ਲੋੜਾਂ ਬਾਰੇ ਸੋਚਣਾ ਚਾਹੀਦਾ ਸੀ। ਉਹ ਨਹੀਂ ਸੋਚਿਆ। ਇਸੇ ਕਰਕੇ ਅੱਜ ਕਿਸਾਨ ਤੇ ਸੱਤਾ ਦਾ ਆਪਸੀ ਸਮੀਕਰਨ ਬਹੁਤ ਟਕਰਾਓ ਵਾਲਾ ਹੈ। ਉਸ ਟਕਰਾਓ ਦੇ ਵਿੱਚ ਫਿਰ ਜਿਹੜੀ ਸਮਾਂ ਵਾਲੀ ਡਾਂਗ ਹੈ ਉਹਦੀ ਇੱਕ ਪ੍ਰੋਪਰ ਅਹਿਮੀਅਤ ਬਣਦੀ ਹੈ ਕਿ ਕਿਸਾਨ ਤਾਂ ਖੇਤਾਂ ਵਿੱਚ ਤੁਰੇ ਫਿਰਦੇ ਸੱਪ ਨੂੰ ਵੀ ਛੇਤੀ ਕਿਤੇ ਮਾਰਦਾ ਨਹੀਂ ਹੈ। ਉਹ ਤਾਂ ਉਹਨੂੰ ਕੁਦਰਤ ਦਾ ਚੀਜ਼ ਸਮਝਦਾ ਹੈ, ਉਹ ਤਾਂ ਕਿਤੇ ਤੁਰਿਆ ਫਿਰੇ। ਲੇਕਿਨ ਸੱਪ ਜਦੋਂ ਘੁੰਮਦਾ ਘੁਮਾਉਂਦਾ ਉਹਦੀ ਰਸੋਈ ਤੱਕ ਆ ਵੜਦਾ, ਫਿਰ ਉਹ ਡਾਂਗ ਚੁੱਕਦਾ ਹੈ। ਫਿਰ ਉਹ ਇਹ ਨਹੀਂ ਚਾਹੁੰਦਾ ਕਿ ਤੂੰ ਮੇਰੇ ਜੀਆਂ ਨੂੰ ਵੀ ਨਿਕਲ ਜਾਵੇਂ, ਫਿਰ ਉਹ ਮਾਰਦਾ। ਸੋ ਇਦਾਂ ਦਾ ਕੋਈ ਸਿੰਬਲ ਯੂਜ਼ ਕੀਤਾ ਹੈ ਔਰ ਉਹ ਨਾਟਕ ਨੂੰ ਨੈਚੁਰਲੀ ਪੰਜਾਬ 'ਚ, ਇੰਡੀਆ ਦੇ ਵਿੱਚ, ਇੰਗਲੈਂਡ 'ਚ, ਸਕਾਟਲੈਂਡ 'ਚ ਤੇ ਹੁਣ ਇੱਥੇ ਕੈਨੇਡਾ ਦੇ ਵਿੱਚ ਵੀ ਬਹੁਤ ਜ਼ਬਰਦਸਤ ਰਿਸਪੌਂਸ। ਤੁਹਾਡੀ ਅਗਲੀ ਵਿਨੀਪੈਗ ਫੇਰੀ ਦੇ ਵਿੱਚ ਅਸੀਂ ਵੀ ਜ਼ਰੂਰ ਇੱਥੇ ਸਮਾਂ ਵਾਲੀ ਡਾਂਗ ਦੇਖਣੀ ਚਾਹਾਂਗੇ। ਹਾਂਜੀ, ਇਹ ਤੁਹਾਡਾ ਨਾਟਕ ਜ਼ਰੂਰ ਜੀ। ਤੁਸੀਂ ਤੇ ਸਿਰਫ ਥੀਏਟਰ ਬੁੱਕ ਕਰਨਾ, ਬਾਕੀ ਕੰਮ ਮੈਂ ਸਾਰਾ ਡਾਂਗ ਵਿੱਚ ਲੈ ਆਣੀ ਹੈ। ਹਾਂਜੀ ਜੀ। 2019 ਦੇ ਵਿੱਚ ਜਦੋਂ ਤੁਸੀਂ ਕਿਹਾ ਵੀ ਸਮਾਂ ਵਾਲੀ ਡਾਂਗ ਜਿਹੜੀ ਸ਼ੁਰੂ ਕੀਤਾ ਜਾਂ ਲਿਖਿਆ ਗਿਆ ਜਾਂ ਇਹਦੇ ਉੱਤੇ ਤੁਸੀਂ ਕੰਮ ਕੀਤਾ, ਉਸ ਤੋਂ ਬਾਅਦ ਜਾਂ ਹੁਣ ਦੇ ਸਮੇਂ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਤੇ ਦਰਸ਼ਕ ਦੇ ਦੇਖਣ ਦੇ ਨਜ਼ਰੀਏ ਕੋਈ ਫਰਕ ਆਇਆ? ਮੈਂ ਨਾ ਇੰਗਲੈਂਡ ਦੇ ਵਿੱਚ ਜਦੋਂ ਇਹ ਨਾਟਕ ਕੀਤਾ ਤੇ ਬਹੁਤ ਸਾਰੇ ਦਰਸ਼ਕਾਂ ਨੇ ਨਾਟਕ ਦੇਖਣ ਤੋਂ ਬਾਅਦ ਇੱਕ ਗੱਲ ਕਹੀ ਕਿ ਜਦੋਂ ਅਸੀਂ ਨਾਟਕ ਦੇਖਣ ਆਏ ਸੀ ਨਾ, ਸਾਡੇ ਦਿਮਾਗ 'ਚ ਇੰਨੀ ਕੋਈ ਪਰਸੈਪਸ਼ਨ ਸੀ ਹਾਂ ਕਿ ਕਿਸਾਨ ਮੋਰਚੇ ਬਾਰੇ ਕੋਈ ਗੱਲ ਹੋਣੀ ਹੈ, ਕੋਈ ਜ਼ਿੰਦਾਬਾਦ ਮੁਰਦਾਬਾਦ ਹੋਣੀ ਹੈ ਤੇ ਕੋਈ ਕਿਸਾਨ ਦੇ ਹੱਕ ਦੇ ਵਿੱਚ ਕੋਈ ਨਾਰਾ ਮਾਰਨਾ ਹੋਣਾ। ਲੇਕਿਨ ਜਦੋਂ ਅਸੀਂ ਨਾਟਕ ਦੇਖਿਆ, ਵੀ ਵਰ ਪਲੇਜ਼ੈਂਟਲੀ ਸਰਪ੍ਰਾਈਜ਼ਡ ਕਿ ਇਹ ਤਾਂ ਗੱਲ ਕੁਝ ਹੋਰ ਹੈ, ਇਹ ਤਾਂ ਡੈਪਥ ਵਿੱਚ ਜਾ ਕੇ ਗੱਲ ਹੈ। ਸਾਨੂੰ ਆਪਣੇ ਪੁਰਖੇ ਯਾਦ ਆ ਗਏ, ਕਿਸੇ ਨੂੰ ਆਪਣਾ ਬਾਪ ਯਾਦ ਆ ਗਿਆ, ਕਿਸੇ ਨੂੰ ਆਪਣਾ ਭਰਾ ਯਾਦ ਆ ਗਿਆ, ਕਿਸੇ ਨੂੰ ਆਪਣੀ ਕੰਧ ਤੇ ਰੱਖਿਆ ਹੋਇਆ ਰੇਡੀਓ ਯਾਦ ਆ ਗਿਆ ਜਿਹਦੇ ਵਿੱਚ ਉਹ ਦੂਰਦਰਸ਼ਨ ਦੇ ਆਲ ਇੰਡੀਆ ਰੇਡੀਓ ਦੇ ਖਬਰਾਂ ਸੁਣਦਾ ਹੁੰਦਾ ਸੀ, ਗਾਣੇ ਸੁਣਦਾ ਸੀ। ਸੋ ਉਹ ਟ੍ਰੈਜਡੀ ਯਾਦ ਆ ਗਈਆਂ ਜਿਨ੍ਹਾਂ ਵਿੱਚੋਂ ਕਿਸਾਨ ਲੰਘਦਾ, ਕੁਦਰਤ ਦੀ ਕਰੋਪੀ ਜਾਂ ਕਿਸੇ ਤਰ੍ਹਾਂ ਦੀ ਕਰੋਪੀ। ਸੋ ਉਹ ਪਲੇ ਇਸ ਤਰ੍ਹਾਂ ਦਾ ਪਲੇ ਨਹੀਂ ਹੈ ਜਿਹੜਾ ਸਮਾਂ ਲੰਘਣ ਦੇ ਨਾਲ ਆਪਣੀ ਵੈਲਿਊ ਗਵਾ ਬੈਠੇਗਾ। ਉਹ ਇਸ ਤਰ੍ਹਾਂ ਦਾ ਪਲੇ ਹੈ, ਮੈਨੂੰ ਲੱਗਦਾ ਜਿੱਥੋਂ ਤੱਕ, ਔਰ ਹਾਲੇ ਤੱਕ ਸਾਰੇ ਲੋਕਾਂ ਨੇ ਇਹ ਕਿਹਾ ਕਿ ਉਹ ਪਲੇ ਕਦੇ ਮਰੇਗਾ ਨਹੀਂ, ਉਹ ਪਲੇ ਜ਼ਿੰਦਾ ਰਹੇਗਾ ਕਿਉਂਕਿ ਉਹ ਪਲੇ ਕਿਸੇ ਇੱਕ ਸਥਿਤੀ ਦੇ ਉੱਤੇ ਨਿਰਭਰ ਨਹੀਂ ਕਰਦਾ, ਉਹ ਹਮੇਸ਼ਾ ਰਹੇਗਾ। ਉਹਨਾਂ ਨੂੰ ਪਿਛਲਾ ਆਪਣਾ ਸਮਾਂ ਜਾਂ ਰੇਡੀਓ ਸੁਣਨਾ ਜਾਂ ਉਹ ਸਾਰੇ ਸਮੇਂ ਦੀਆਂ ਗੱਲਾਂ ਜੋ ਹਾਲਾਤ ਸਨ ਉਹਨਾਂ ਕਰਕੇ ਆਉਣ ਵਾਲੇ ਸਮੇਂ ਨਾਲ ਵੀ ਜੁੜਿਆ ਰਹੇਗਾ। ਯੈਸ, ਮੈਂ ਉਹਨੂੰ ਕੋਈ ਨਾ ਸਤਾਈ ਪੱਧਰ ਤੇ ਨਾਟਕ ਨੂੰ ਨਹੀਂ ਰੱਖਣਾ ਚਾਹੁੰਦਾ ਸੀਗਾ। ਮੈਂ 35 ਸਾਲ ਦਾ ਮੇਰਾ ਤਜਰਬਾ ਹੋ ਗਿਆ, ਮੈਂ ਬਹੁਤ ਕੁਝ ਸਿੱਖ ਚੁੱਕਾ ਹੋਇਆ। ਪਹਿਲਾਂ ਸ਼ੁਰੂ ਜਦੋਂ ਮੈਂ ਨਾਟਕ ਲਿਖਦਾ ਸੀ ਤਾਂ ਏਦਾਂ ਹੁੰਦਾ ਸੀ ਵੀ ਆਹ ਥੀਮ ਹੈ, ਨਾਟਕ ਲਿਖ ਦਿਓ। ਹੁਣ ਮੈਂ ਕਾਫੀ 2 ਸਾਲ 3 ਸਾਲ ਲੈਣਾ, ਉਹਦੀਆਂ ਡਾਇਰੀ ਦੇ ਉੱਤੇ ਉਹਦੇ ਨੋਟਸ ਲੈਣਾ, ਉਹਦੀਆਂ ਫਿਰ ਡਾਇਮੈਂਸ਼ਨ ਸਮਝਣ ਦੀ ਕੋਸ਼ਿਸ਼ ਕਰਦਾ। ਫਿਰ ਮੈਂ ਇਹ ਕੋਸ਼ਿਸ਼ ਜ਼ਰੂਰ ਕਰਦਾ ਕਿ ਕੰਟੈਂਟ ਤੇ ਹੋ ਗਿਆ,
है ना, ਵਿਆਹ ਕੰਟੈਂਟ ਪੇਸ਼ ਕਰਨਾ, ਪਰ ਇਸ ਕੰਟੈਂਟ ਨੇ ਰੰਗਮੰਚ ਦੀ ਖਿੜਕੀ ਰਾਹੀਂ ਪੇਸ਼ ਹੋਣਾ। ਸੋ ਰੰਗਮੰਚ ਦੀ ਖਿੜਕੀ ਕੀ ਰਿਕੁਆਇਰਮੈਂਟਸ ਮੈਨੂੰ ਕਹਿ ਰਹੀ ਹੈ, ਉਹਨਾਂ ਨੂੰ ਇਸ ਕਰਕੇ ਮੈਂ ਉਸ ਨਾਟਕ ਦੇ ਵਿੱਚ 1 ਘੰਟੇ 20 ਮਿੰਟ ਦੇ ਨਾਟਕ ਦੇ ਵਿੱਚ ਬਹੁਤ ਸਾਰੀਆਂ ਥੀਏਟ੍ਰਿਕਲ ਪਲੋਇਜ਼ ਯੂਜ਼ ਕੀਤੀਆਂ ਆਪਣੀ ਇਮੈਜੀਨੇਸ਼ਨ ਨਾਲ। ਬਹੁਤ ਸਾਰੀਆਂ ਪ੍ਰੋਪਸ ਨੇ, ਛੋਟੇ ਛੋਟੇ ਪਰਨਾ, ਮਿੱਟੀ, ਉਹਨਾਂ ਨੂੰ ਮੈਂ ਯੂਜ਼ ਕੀਤਾ, ਕੁਰਸੀ ਨੂੰ ਯੂਜ਼ ਕੀਤਾ, ਨੈਟ ਨੂੰ ਯੂਜ਼ ਕੀਤਾ, ਤਾਂ ਕਿ ਆਡੀਅנס ਨੂੰ ਦੇਖਣ ਦੇ ਵਿੱਚ ਵੀ ਉਹ ਚੀਜ਼ ਖੂਬਸੂਰਤ ਲੱਗਦੀ ਰਹੇ। ਐਂਡ ਆਫਟਰ ਐਵਰੀ 1 or 2 minutes there is a change। तो 1 घंटा 20 मिनट लोग एंगेज हो जाते, इस करके नाटक मैनू लगता कि नाटक कदे मरेगा ਜੀ। ਤੇ ਨਾਟਕਾਂ ਦੀ ਗੱਲ ਕਰਦੇ ਮੈਨੂੰ ਲੱਗਦਾ ਕਿ ਤੁਹਾਡਾ ਉਹ ਨਾਟਕ ਜਿਹੜਾ ਤੁਸੀਂ ਬੜੇ ਸੈਂਸਿਟਿਵ ਵਿਸ਼ੇ ਉਹਦਾ ਸਿਰਲੇਖ ਕੀਤਾ ਜਾਂ ਨਾ ਟਾਕ, ਉਹਦੇ ਬਾਰੇ ਵੀ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਕਿ ਉਹ ਵਿਸ਼ਾ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਜੀ। ਉਹ ਵੀ ਇੱਕ ਫਿਕਰ ਦੇ ਵਿੱਚੋਂ ਹੀ ਉਤਪੰਨ ਹੋਇਆ ਸੀ, ਜਿਵੇਂ ਕਿ ਔਰਤਾਂ ਨਾਲ ਧੱਕਾ ਦੀ ਸਦੀਆਂ ਤੋਂ ਹੁੰਦਾ ਆ ਰਿਹਾ। ਲੇਕਿਨ ਕੁਝ ਸਮਾਂ ਸੀ, ਕੁਝ ਸਾਲ ਪਹਿਲਾਂ ਇਦਾਂ ਹੋਇਆ ਸੀ ਕਿ ਹਿੰਦੁਸਤਾਨ ਦੇ ਵਿੱਚ ਨਾ ਟੂ ਮੈਨੀ ਰੇਪ ਹੋਣੇ ਸ਼ੁਰੂ ਹੋਏ ਸੀ। ਰੇਪ ਪਹਿਲਾਂ ਵੀ ਹੁੰਦੇ ਸੀ, ਤਕਲੀਫ ਵਾਲੀ ਗੱਲ ਸੀ, ਪਰ ਇੱਕ ਨਵੀਂ ਤਕਲੀਫ ਮਨ ਦੇ ਵਿੱਚ ਆਈ ਕਿ ਇਹ ਆਪਾਂ ਕਿੱਥੇ ਪਹੁੰਚ ਗਏ ਆ ਕਿ ਹੁਣ ਅਸੀਂ ਰੇਪ ਵੀ ਕਰਾਂਗੇ ਤੇ ਅਸੀਂ ਉਹਨੂੰ ਮਾਰਾਂਗੇ ਵੀ ਜ਼ਰੂਰ। ਸਰੀਏ ਅਸੀਂ ਉਹਦੇ ਪਰਸਨਲ ਅੰਗਾਂ ਦੇ ਵਿੱਚ ਕਰਾਂਗੇ, ਅਸੀਂ ਉਹਦੇ ਤੇ ਮਿੱਟੀ ਦਾ ਤੇਲ ਜਾਂ ਪੈਟਰੋਲ ਛਿੜਕਾਂਗੇ, ਉਹਨੂੰ ਮਾਰਾਂਗੇ ਵੀ। ਸੋ ਮੈਨੂੰ ਲੱਗਾ ਕਿ ਇਹ ਰਾਈਟ ਕਿੱਥੋਂ ਮਿਲਿਆ। ਇੱਕ ਮਰਦ ਔਰਤ ਦਾ ਮੁਹੱਬਤ ਹੋ ਜਾਣਾ, ਇਟਸ ਅ ਡਿਫਰੈਂਟ ਥਿੰਗ। ਕਿਸੇ ਮਰਦ ਨੂੰ ਔਰਤ ਕੋ ਚੰਗੀ ਲੱਗਦੀ, ਉਹਨੂੰ ਫੋਲੋ ਕਰਦਾ, ਇਟਸ ਅ ਡਿਫਰੈਂਟ ਥਿੰਗ। ਦੋਨੋਂ ਇੱਕ ਦੂਜੇ ਨੂੰ ਨਹੀਂ ਪਸੰਦ ਕਰਦੇ, ਫਿਰ ਵੀ ਪਿੱਛੇ ਕਰਦੇ, ਫੋਲੋ ਕਰਦੇ, ਇਟਸ ਅ ਡਿਫਰੈਂਟ ਥਿੰਗ। ਪਰ ਇਹ ਹੱਕ ਕਦੋਂ ਮਿਲ ਗਿਆ ਕਿ ਮੈਂ ਫਲਾਣੀ ਕੁੜੀ ਨਾਲ ਜਾਂ ਔਰਤ ਨਾਲ ਮੈਂ ਜ਼ਬਰਦਸਤੀ ਉਹਦੇ ਨਾਲ ਮੈਂ ਸੈਕਸ ਕਰ ਸਕਦਾ, ਫਿਰ ਉਹਨੂੰ ਮੈਂ ਮਾਰ ਵੀ ਸਕਦਾ। ਸੋ ਇਹ ਸਾਰੇ ਫਿਕਰ ਦੇ ਵਿੱਚੋਂ ਉਹ ਨਾਟਕ ਪੈਦਾ ਹੋਇਆ। ਉਹਦੇ ਵਿੱਚ ਮੈਂ ਇਤਿਹਾਸ ਫਰੋਲਿਆ ਸਾਰਾ, ਫਿਰ ਉਹ ਨਾਟਕ ਪੇਸ਼ ਕੀਤਾ ਤੇ ਵਜਾਈਨਾ ਟਾਕਸ ਉਹਦਾ ਨਾਮ ਇਸੇ ਕਰਕੇ ਰੱਖਿਆ ਕਿ ਗੱਲ ਉੱਥੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਕਿ ਔਰਤ ਦੇ ਜਿਸਮ ਨੂੰ ਕੰਪਲੀਟ ਹੋਣ ਲਈ ਉਸ ਆਰਗਨ ਦੀ ਲੋੜ ਹੈ। ਜੇ ਉਹ ਆਰਗਨ ਨਹੀਂ ਹੈ ਤਾਂ ਔਰਤ ਨਹੀਂ ਹੈ। ਸੋ ਉਸ ਤੇ ਮੁਕੰਮਲ ਹੱਕ ਉਸ ਔਰਤ ਦਾ ਕਿਉਂ ਨਹੀਂ ਹੈ, ਇਸ ਕਰਕੇ ਮੈਨੂੰ ਨਾਮਕਰਨ ਵੀ ਉਹੀ ਕੀਤਾ। ਔਰ ਮੈਨੂੰ ਯਾਦ ਹੈ ਜਦੋਂ ਮੈਂ ਚੰਡੀਗੜ੍ਹ ਦਾ ਸ਼ੋਅ ਕੀਤਾ, ਡਾਕਟਰ ਆਤਮਜੀਤ, ਦਵਿੰਦਰ ਦਮਨ, ਇਹ ਸਾਰੇ ਉੱਥੇ ਮੌਜੂਦ ਸੀ। ਐਂਡ ਡਾਕਟਰ ਆਤਮਜੀਤ ਨੇ ਜੋ ਕੰਪਲੀਮੈਂਟ ਦਿੱਤੇ ਸੀ ਇਸ ਨਾਟਕ ਤੋਂ ਬਾਅਦ, ਉਹਨਾਂ ਕਿਹਾ ਸੀ ਕਿ ਇਹ ਨਾਟਕ ਮਤਲਬ ਕਿ ਇੱਕ ਇਨਕਲਾਬ ਹੈ ਪੰਜਾਬੀ ਰੰਗਮੰਚ ਦੇ ਵਿੱਚ, ਕਿ ਇਸ ਤਰ੍ਹਾਂ ਦੇ ਸੈਂਸਿਟਿਵ ਵਿਸ਼ੇ ਨੂੰ ਸਾਹਿਬ ਸਿੰਘ ਨੇ ਲਿਖਿਆ ਤੇ ਡਿਜ਼ਾਈਨ ਕੀਤਾ ਤੇ ਬੇਟੀ ਨੇ ਮਲਿਕਾ ਨੇ ਉਹਨੂੰ ਪਰਫਾਰਮ ਕੀਤਾ। ਔਰ ਉਹਨੇ ਕਿਹਾ ਸੀ ਕਿ ਇਹ ਨਾਟਕ ਇਦਾਂ ਹੀ ਹੋ ਸਕਦਾ ਸੀ ਤੇ ਇਦਾਂ ਹੀ ਹੋਣਾ ਚਾਹੀਦਾ ਸੀ ਜਿੱਦਾਂ ਹੋਇਆ। ਇਹ ਵੱਡੀ ਗੱਲ ਹੈ। ਔਰ ਉਹਨਾਂ ਨੇ ਜੱਫੀ ਪੱਗ ਮੈਨੂੰ ਕਿਹਾ ਸੀ ਕਿ ਯੈਸ, ਅੱਜ ਮੈਂ ਤੇਰੀ ਨਾਟਕਕਾਰੀ ਨੂੰ ਸੈਲੂਟ ਕਰਦਾ ਕਿ ਇਹ ਤੂੰ ਇੱਥੇ ਪਹੁੰਚਿਆ। ਤੇ ਉਹ ਪਹੁੰਚਿਆ ਮੈਂ ਇਸੇ ਕਰਕੇ ਹਾਂ ਕਿ ਮੈਂ ਜਿੰਨੇ ਵੀ ਮੇਰੇ ਤੋਂ ਪਹਿਲਾਂ ਦੇ ਨਾਟਕਕਾਰ ਨੇ, ਚਾਹੇ ਗੁਰਸ਼ਰਨ ਸਿੰਘ ਹੈ, ਅਜਮੇਰ ਔਲਖ ਹੈ, ਡਾਕਟਰ ਆਤਮਜੀਤ ਨੇ, ਦਵਿੰਦਰ ਦਮਨ ਹੈ, ਬਲਵੰਤ ਗਾਰਗੀ ਹੈ, ਜਿਹਨਾਂ ਨੂੰ ਇਸ ਕਦੇ ਮਿਲੇ ਨਹੀਂ, ਪੜ੍ਹਿਆ, ਤਾਂ ਹੋਰ ਜਿੰਨੇ ਨਾਟਕਕਾਰ ਨੇ ਉਹਨਾਂ ਨੂੰ ਸਾਰਿਆਂ ਨੂੰ ਦੇਖਦੇ ਆ, ਮਿਲਦੇ ਆ, ਕਰਦੇ ਆ, ਉਹਨਾਂ ਤੋਂ ਪ੍ਰੇਰਣਾ ਲੈਂਦੇ ਆ, ਸਿੱਖਦੇ ਆ, ਫਿਰ ਆਪਣਾ ਈਡੀਐਮ ਘੜਦੇ ਆ ਕਿ ਮੈਨੂੰ ਤੁਸੀਂ ਮੈਂ ਡਾਕਟਰ ਆਤਮਜੀਤ ਨਹੀਂ ਬਣਨਾ, ਮੈਂ ਗੁਰਸ਼ਰਨ ਸਿੰਘ ਨਹੀਂ ਬਣਨਾ, ਮੈਂ ਔਲਖ ਨਹੀਂ ਬਣਨਾ, ਮੈਂ ਸਾਹਿਬ ਸਿੰਘ ਹੀ ਰਹਿਣਾ ਹੈ। ਤੇ ਸਾਹਿਬ ਸਿੰਘ ਦਾ ਕਿਹੜਾ ਈਡੀਐਮ ਹੋਣਾ ਚਾਹੀਦਾ, ਉਹ ਈਡੀਐਮ ਤਲਾਸ਼ਦਾ ਫਿਰ ਮੈਂ ਪਿਛਲੇ 4-5 ਸਾਲਾਂ ਤੋਂ ਜਿਹੜੇ ਨਾਟਕ ਲਿਖੇ ਆ, ਉਹ ਮੈਨੂੰ ਲੱਗਦਾ ਕਿ ਕਾਫੀ ਮੇਰੀ ਤਸੱਲੀ ਵਾਲੇ ਨਾਟਕ, ਉਹਨਾਂ ਵਿੱਚੋਂ ਇਹ ਵਜਾਈਨਾ ਟਾਕਸ ਨਾਟਕ। ਮੇਰਾ ਅਖੀਰਲਾ ਪ੍ਰਸ਼ਨ ਕੋਈ ਇਹੋ ਜੀ ਗੱਲ ਜਿਹੜੀ ਮੈਂ ਤੁਹਾਨੂੰ ਨਾ ਪੁੱਛ ਸਕਾਂ ਤੇ ਤੁਸੀਂ ਨਵ ਸਵੇਰ ਦੇ ਦਰਸ਼ਕਾਂ ਨਾਲ ਕੋਈ ਆਪਣੀ ਗੱਲ ਸਾਂਝੀ ਕਰਨੀ ਚਾਹੁੰਦੇ ਹੋ? ਜੀ, ਮੈਂ ਸਮਝਦਾ ਕਿ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਜਦੋਂ ਅਸੀਂ ਕਹਿੰਦੇ ਕਿ ਰੰਗਮੰਚ ਦਾ ਤੇ ਸਮਾਜ ਦਾ ਰਿਸ਼ਤਾ ਹੈ ਤਾਂ ਉਸ ਰਿਸ਼ਤੇ ਨੂੰ ਬਹੁਤ ਸੂਖਮ ਤਰੀਕੇ ਨਾਲ ਸਮਝਣ ਦੀ ਲੋੜ ਹੈ, ਜਿਸ ਨੂੰ ਮੇਰਾ ਨਾਟਕ ਤਾਂ ਲਿਖਾਰੀ ਨਾਨਕਾ ਵੀ ਟੱਚ ਕਰਦਾ ਹੈ। ਇੱਕ ਲੇਖਕ ਦੀ ਕੀ ਰਿਸਪੌਂਸਿਬਿਲਿਟੀ ਬਣਦੀ ਸਮਾਜ ਪ੍ਰਤੀ, ਤੇ ਸਮਾਜ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਲੇਖਕ, ਜਦੋਂ ਆਪਾਂ ਕਹਿੰਦੇ ਲੇਖਕ ਦੀ, ਕਲਾਕਾਰ ਦੀ ਥੋੜੀ ਜਿਹੀ ਰਗ ਟੇਢੀ ਹੁੰਦੀ ਹੈ, ਤਾਂ ਉਹਨੂੰ ਰਗ ਟੇਢੀ ਦੀ ਸਪੇਸ ਦੇਣੀ ਸਮਾਜ ਨੂੰ ਵੀ ਬਹੁਤ ਜ਼ਰੂਰੀ ਹੈ। ਤੇ ਰੰਗਕਰਮੀ ਸਮਾਜ ਨਾਲ ਰਿਸ਼ਤਾ ਤਾਂ ਹੀ ਬਣਾਏਗਾ ਜੇ ਇਹ ਗਲਵੱਕੜੀ ਪਏਗੀ। ਵਨ ਸਾਈਡਡ ਗਲਵੱਕੜੀ ਜਿਹੜੀ ਹੈਗੀ ਉਹ ਕਦੇ ਗਲਵੱਕੜੀ ਨਹੀਂ ਹੁੰਦੀ। ਕੋਈ ਮੈਨੂੰ ਆ ਕੇ ਗਲੇ ਮਿਲੇ ਪਰ ਮੈਂ ਅੱਗੋਂ ਰਿਸਪੌਂਸ ਦਿੰਦੇ ਮੈਂ ਤੇ ਉਹ ਗਲਵੱਕੜੀ ਨਹੀਂ ਰਹਿ ਜਾਂਦੀ। ਸੋ ਇੱਕ ਪ੍ਰੋਪਰ ਇੱਕ ਦੋਨਾਂ ਦੀ ਗਲਵੱਕੜੀ ਪੈਣੀ ਚਾਹੀਦੀ ਹੈ। ਰੰਗਮੰਚ ਸਮਾਜ ਨੂੰ ਇੱਜ਼ਤ ਦੇਵੇ ਤੇ ਰੰਗਮੰਚ ਜਿਹੜਾ ਸਮਾਜ ਨੂੰ ਇੱਜ਼ਤ ਦੇਵੇ ਤੇ ਸਮਾਜ ਰੰਗਮੰਚ ਨੂੰ ਇੱਜ਼ਤ ਦੇਵੇ। ਦੋਨੋਂ ਇੱਕ ਦੂਜੇ ਨੂੰ ਸਮਝਣ ਵੀ, ਪ੍ਰੋਪਰ ਸਮਝਣ, ਇੱਕ ਦੂਜੇ ਦੀਆਂ ਖੂਬੀਆਂ ਤੇ ਖਾਮੀਆਂ ਨੂੰ ਸਮਝ ਕੇ ਇੱਕ ਦੂਸਰੇ ਨੂੰ ਸਪੇਸ ਦੇਣ ਤੇ ਇੱਕ ਦੂਸਰੇ ਨੂੰ ਸਮਝ ਕੇ ਐਨਾਲਾਈਜ਼ ਕਰਕੇ ਉਹ ਰੰਗਮੰਚ ਦੇ ਜ਼ਿਆਦਾ ਲੱਗੇ ਜਾਣ। ਤੇ ਰੰਗਮੰਚ ਸਮਾਜ ਦੀਆਂ ਜਿੰਨੀਆਂ ਕੰਪਲੈਕਸਿਟੀਜ਼ ਨੇ, ਅਚੀਵਮੈਂਟਸ ਐਂਡ ਪ੍ਰੋਬਲਮਸ, ਉਹਨਾਂ ਨੂੰ ਡਿਸਕਸ ਕਰੇ। ਜ਼ਰੂਰੀ ਨਹੀਂ ਕਿ ਦੁਨੀਆ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਸਾਹਿਬ ਸਿੰਘ ਆਪਣੇ ਨਾਟਕਾਂ 'ਚ ਜਾਂ ਹੋਰ ਕੋਈ ਨਾਟਕਕਾਰ ਪੇਸ਼ ਕਰਦੇ, ਕਦੇ ਪੋਸੀਬਲ ਨਹੀਂ ਹੁੰਦਾ, ਲੇਕਿਨ ਜਿੰਨਾ ਕਰ ਸਕਦੇ ਹਾਂ, ਜਿਹੜੀ ਪ੍ਰੋਬਲਮ ਸਾਨੂੰ ਸਮਝ ਆਉਂਦੀ ਹੈ ਉਹ ਜ਼ਰੂਰ ਅਸੀਂ ਉਹਦੇ ਵਿੱਚ ਪੇਸ਼ ਕਰੀਏ ਤੇ ਦਰਸ਼ਕਾਂ ਦਾ ਰਿਸਪੌਂਸ ਹੋਵੇ। ਦਰਸ਼ਕਾਂ ਦਾ ਰਿਸਪੌਂਸ ਹਰ ਤਰ੍ਹਾਂ ਦਾ ਹੋਵੇ। ਜਦੋਂ ਅਸੀਂ ਇਹ ਸਮਝਦੇ ਹਾਂ ਕਿ ਬਾਕੀ ਕਲਾਮਾਂ, ਗਾਇਕੀ ਜਾਂ ਕੁਛ ਹੋਰ, ਕਈ ਵਾਰੀ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਤੋਂ ਦੂਰ ਜਾ ਕੇ ਕੋਈ ਫੇਕ ਜੀਆਂ, ਕੋਈ ਸਤਹੀ ਜੀਆਂ, ਕੋਈ ਆਰਟੀਫਿਸ਼ੀਅਲ ਜਿਹੀ ਗੱਲਾਂ ਕਰ ਦਿੰਦੇ ਆ, ਪਰ ਰੰਗਮੰਚ ਜ਼ਿੰਦਗੀ ਦੇ ਕਰੀਬ ਰਹਿੰਦਾ, ਤਾਂ ਫਿਰ ਸਮਾਜ ਦੀ ਵੀ ਡਿਊਟੀ ਬਣਦੀ ਹੈ ਕਿ ਉਹ ਰੰਗਮੰਚ ਨੂੰ, ਰੰਗਕਰਮੀਆਂ ਨੂੰ ਇੱਕ ਨਾਲ ਲਾਵੇ, ਓਨ ਕਰੇ ਉਹਨਾਂ ਨੂੰ ਆਪਣਾ ਸਮਝੇ ਤੇ ਉਹਨਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਵੇ।
ਇੱਕ ਨਿੱਘਾ ਜਿਹਾ ਰਿਸ਼ਤਾ ਰਵੇ, ਇਹੀ ਮੈਂ ਚਾਹੁੰਦਾ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਸਮਾਂ ਦੇਣ ਲਈ ਬਹੁਤ ਜੀ। ਬਹੁਤ ਸ਼ੁਕਰੀਆ।